जो उपजो सो बिनस है, परो आज कै काल। नानक हर गुण गाए ले, छाड़ सगल जंजाल। वो फिर बैरागी पुरुष हो जाता है, ਉਹਦੇ ਅੰਦਰ बैराग पैदा हो जाता है। ये दूसरा गुण है अधिकारी ਦੇ ਵਿੱਚ, ਜਿਹਦੇ ਵਿੱਚ ਵਿਵੇਕ है, बैराग है। तीसरा ਜਿਹੜਾ ਆਉਂਦਾ ਹੈ ਖਟ ਸੰਪਤੀ। ਖਟ ਸੰਪਤੀ ਵਿੱਚ ਚੀਜ਼ਾਂ ਤਾਂ 6 ਨੇ, ਪਰ ਗਿਣਿਆ ਇੱਕ ਵਿੱਚ ਜਾਂਦਾ। ਖਟ ਨਾਮ ਹੀ 6 ਦਾ ਹੈ। ਸੋ ਇਸ ਕਰਕੇ ਖਟ ਸੰਪਤੀ ਜਿਹੜੀ ਹੁੰਦੀ ਹੈ, ਇਹਦਾ ਇੱਕ ਦੋਹਰਾ ਹੈ। ਦੋਹਰੇ ਵਿੱਚ ਸਾਰੀਆਂ 6 ਦੀਆਂ 6 ਚੀਜ਼ਾਂ ਲਿਖੀਆਂ ਨੇ ਹੈਗੀਆਂ। ਉਹ ਸਮਦਮ ਸਰਦਾ ਤੀਸਰੇ ਸਮਾਧਾਨ ਉਪਰਾਮ ਛਟੀ ਤਤੀਛਾ ਜਾਨੀਆਂ ਭਿੰਨ ਭਿੰਨ ਜਾਂ ਨਾਮ। ਇੱਕ ਦੋਹਰੇ ਵਿੱਚ ਸਾਰੀਆਂ ਆ ਗਈਆਂ। ਸਮ, ਸਮ ਕਿਹਨੂੰ ਕਹਿੰਦੇ ਨੇ? ਮਨ ਨੂੰ ਰੋਕਣਾ ਚਾਰੇ ਪਾਸੇ ਜਾਣ ਤੋਂ। ਦਮ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ, ਇਹਨਾਂ ਨੂੰ ਵਿਸ਼ਿਆਂ ਤੋਂ ਰੋਕਣਾ। ਅੱਖਾਂ ਦਾ ਵਿਸ਼ਾ ਦੇਖਣਾ, ਬਿਟਰ ਬਿਟਰ ਦੇਖੀ ਜਾਣਾ, ਰੋਕੋ ਇਹਨਾਂ ਨੂੰ। ਕੰਨਾਂ ਦਾ ਵਿਸ਼ਾ ਹੈਗਾ ਬਾਣੀ ਸੁਣਨਾ, ਪਰ ਇਹ ਨਿੰਦਾ ਸੁਣੀ ਜਾਂਦੇ ਨੇ। ਜ਼ੁਬਾਨ ਦਾ, ਇਹ ਸਾਰੀਆਂ ਇੰਦਰੀਆਂ ਤੇ 5 ਗਿਆਨ ਇੰਦਰੇ, 5 ਕਰਮ ਇੰਦਰੀਆਂ ਤੇ ਕਾਬੂ ਪਾਉਣਾ ਆਪਣਿਆਂ ਤੇ, ਇਹਨੂੰ ਕਹਿੰਦੇ ਦਮਨ ਕਰਨਾ। ਤੀਸਰੀ ਚੀਜ਼ ਹੁੰਦੀ ਸ਼ਰਧਾ, ਪੂਰਾ ਨਿਸ਼ਚਾ ਹੋਣਾ 100%, ਇੱਕ ਪੈਸਾ ਵੀ ਘੱਟ ਨਿਸ਼ਚਾ ਨਾ ਹੋਵੇ। ਜਿਨ੍ਹਾਂ ਦੇ ਮਨਾਂ ਦੇ ਅੰਦਰ ਪੂਰਾ ਪੂਰਾ ਨਿਸ਼ਚਾ ਹੈ, ਉਹ ਬੰਦਾ ਅਧਿਕਾਰੀ ਹੈ ਤਾਬਿਆ ਬਹਿਣ ਦਾ। ਹੁਣ ਤਾਬਿਆ ਬਹਿਣ ਦੇ ਅਧਿਕਾਰੀ ਦੀ ਗੱਲ ਕਰਦੇ ਨੇ। ਸਮ, ਮਨ ਨੂੰ ਰੋਕ ਕੇ, ਇੰਦਰੀਆਂ ਦਾ ਦਮਨ ਕਰਕੇ, ਫਿਰ ਪੂਰਾ ਪੂਰਾ ਨਿਸ਼ਚਾ ਲੈ ਕੇ, ਫਿਰ ਸ਼ਰਧਾ, ਫਿਰ ਸਮਾਧਾਨ। ਸਮਾਧਾਨ ਹੁੰਦਾ ਸਾਵਧਾਨ ਹੋ ਕੇ ਬੈਠਣਾ, ਢਿੱਲੜ ਹੋ ਕੇ ਨਹੀਂ ਬੈਠਣਾ, ਆਲਸ ਦਲਿੱਦਰ ਤੋਂ ਰਹਿਤ ਹੋ ਕੇ ਬੈਠਣਾ। ਮਨ ਨੂੰ ਵੀ ਸਾਵਧਾਨ ਕਰਨਾ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਜਿਵੇਂ ਲਿਖਿਆ ਨਾ, ਸਾਵਧਾਨ ਇਕਾਗਰ ਚੀਤ। ਇਸ ਤਰ੍ਹਾਂ ਇਹਨੂੰ ਕਹਿੰਦੇ ਸਮਾਧਾਨ। ਫਿਰ ਉਪਰਾਮ, ਫਿਰ ਉਪਰਾਮ ਹੋਣਾ ਮਨ ਨੇ, ਸਾਰੇ ਪਾਸਿਆਂ ਤੋਂ ਉਪਰਾਮ ਹੋ ਕੇ, ਸਾਰੇ ਪਾਸਿਓਂ ਮਨ ਨੂੰ ਮੋੜ ਕੇ ਤਾਬਿਆ ਬਹਿਣਾ ਮਹਾਰਾਜ ਦੀ। ਪਾਠ ਕਰਨ, ਮੂਲ ਮੰਤਰ ਦਾ ਅਭਿਆਸ ਕਰਨ ਬਹਿਣਾ। ਇੱਕੋ ਹੀ ਗੱਲ ਹੈ, ਮੂਲ ਮੰਤਰ ਕਹਿ ਲਈਏ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ ਕਹੀਏ। ਸੋ ਮਹਾਰਾਜ ਕਹਿੰਦੇ ਫਿਰ 6ਵੀਂ ਚੀਜ਼ ਇਹਦੇ ਚ ਆਉਂਦੀ ਤਤੀਛਾ। ਤਤੀਛਾ ਹੁੰਦੀ ਹੈ ਭੁੱਖ, ਪਿਆਸ, ਗਰਮੀ, ਸਰਦੀ, ਦੁੱਖ, ਸੁੱਖ ਨੂੰ ਇੱਕੋ ਜਿਹਾ ਜਾਣਨਾ। ਕਦੇ ਵੀ ਕੋਈ ਇਹੋ ਜਿਹੀ ਚੀਜ਼ ਆ ਜੇ, ਜਿਹੜੇ ਭਗਤ ਨੇ, ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੇ, ਨਾਮ ਰਸੀਏ, ਉਹਨਾਂ ਤੇ ਕਿੰਨੀਆਂ ਹੀ ਮੁਸੀਬਤਾਂ, ਕਿੰਨੇ ਹੀ ਸੰਕਟ ਆਏ ਨੇ। ਤਤੀਛਾ ਦੇ ਦੁਆਰਾ ਉਹ ਆਪਣੇ ਆਪ ਨੂੰ ਕਦੇ ਤੋੜਦੇ ਨਹੀਂ। ਸੋ ਕਹਿੰਦੇ ਨੇ, ਜੇ ਅਕਾਲ ਪੁਰਖ ਸਾਨੂੰ ਦੁੱਖ ਦੇਵੇ ਤਾਂ ਵੀ ਉਹਨੂੰ ਧਿਆਉਣਾ, ਜੇ ਭੁੱਖ ਦੇਵੇ ਤਾਂ ਵੀ ਉਹਨੂੰ ਧਿਆਉਣਾ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਵੇਂ ਭਾਈ ਮਨੀ ਸਿੰਘ ਦਾ ਬੰਦ ਕੱਟਿਆ, ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੀ ਰਹੇ ਹੋ। ਭਾਈ ਮਤੀ ਦਾਸ ਜੀ ਜਪਜੀ ਸਾਹਿਬ ਪੜ੍ਹਦੇ ਹੀ ਰਹੇ। ਭਾਈ ਦਿਆਲਾ ਜੀ ਸੁਖਮਨੀ ਸਾਹਿਬ ਕਰਦੇ ਰਹੇ। ਉਹ ਇੰਨੀ ਤਾਂ ਮੁਸੀਬਤ ਆਪਣੇ ਤੇ ਨਹੀਂ ਆਉਂਦੀ ਹੈ, ਪਰ ਫਿਰ ਵੀ ਜੇ ਮਾੜੀ ਜਿਹੀ ਗਰਮੀ ਹੋ ਜੇ ਤਾਂ ਆਪਾਂ ਰੱਬ ਨੂੰ ਕਹਿੰਦੇ ਕੋਸਣ ਲੱਗ ਜਾਂਦੇ ਆ, ਫਿਰ ਵੀ ਨਿਤਨੇਮ ਛੱਡ ਦਿੰਦੇ। ਸਰਦੀ ਜ਼ਿਆਦਾ ਹੋਗੀ ਤਾਂ ਵੀ ਔਖੇ ਹੋ ਜਾਂਦੇ ਆ। ਜੇ ਕਦੇ ਭੁੱਖ ਲੱਗਿਆ ਹੀ, ਹੁਣ ਨਹੀਂ ਜੀ ਪਾਠ ਹੋਣਾ, ਹੁਣ ਤਾਂ ਲਿਖਿਆ ਭੁੱਖੇ ਭਗਤ ਨਾ ਕੀਜੈ, ਜਾਂ ਮਾਲਾ ਆਪਣੀ ਲੀਜੈ। ਜੇ ਕਿਤੇ ਮਾੜੀ ਜੀ ਪਿਆਸ ਲੱਗ ਜੇ, ਨਾ ਜੀ ਹੁਣ ਪਾਠ ਕਿੱਥੇ, ਪਹਿਲਾਂ ਪਾਣੀ ਦਾ ਗਲਾਸ ਪਿਲਾਓ, ਮੈਂ ਤਾਂ ਭੁੱਖਾ ਮਰ ਗਿਆ, ਮੈਂ ਪਿਆਸਾ ਮਰ ਗਿਆ। ਮਹਾਰਾਜ ਕਹਿੰਦੇ, ਜਿਹੜਾ ਜਗਿਆਸੂ ਹੁੰਦਾ ਨਾ, ਰੱਬ ਦੀ ਪ੍ਰਾਪਤੀ ਵਾਲਾ ਅਧਿਕਾਰੀ, ਉਹ ਬੰਦਾ ਇਆਂ ਛੋਟੀਆਂ ਛੋਟੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦਾ। ਉਹ ਤਾਂ ਦਿਨ ਰਾਤ ਭਗਤੀ ਵਿੱਚ ਜੁੜਿਆ। ਇਹ ਤਾਂ ਪਹਿਲਾਂ ਹੀ ਹੈ ਸਾਡਾ ਅਧਿਕਾਰੀ ਅਨੁਬੰਧ। ਅਧਿਕਾਰੀ ਅਨੁਬੰਧ ਮੂਲ ਮੰਤਰ ਵਿੱਚ ਸਤਨਾਮ ਜਿਹੜਾ ਲਿਖਿਆ, ਇਹ ਅਧਿਕਾਰੀ ਅਨੁਬੰਧ ਹੈ। ਅੱਗੇ ਉਹਦੇ 4 ਲੱਛਣ ਦੱਸੇ ਨੇ। ਤੇ ਇਸੇ ਪ੍ਰਕਾਰ ਜਿਹੜਾ ਵਿਸ਼ਾ ਕੀ ਹੈ? ਵਿਸ਼ੇ ਅਨੁਬੰਧ ਜਿਹੜਾ ਮਹਾਰਾਜ ਦੇ ਵਿੱਚ, ਮਹਾਰਾਜ ਕਹਿੰਦੇ ਸਤਨਾਮ ਤੋਂ ਅੱਗੇ ਜਿਹੜਾ ਅਸੀਂ ਲਿਖਿਆ ਕਰਤਾ ਪੁਰਖ, ਇਹ ਸਾਡਾ ਵਿਸ਼ਾ ਹੈ।
ਇਹ ਵਿਸ਼ਾ ਕਿਵੇਂ ਹੋਇਆ? ਮਹਾਰਾਜ ਕਹਿੰਦੇ ਕਰਤਾ ਕਿਹਨੂੰ ਕਹਿੰਦੇ ਨੇ? ਕੱਲਾ ਕਰਤਾ, ਪੁਰਖ ਨਹੀਂ, ਵੱਖਰਾ ਕਰਦੇ ਇੱਥੇ। ਕਹਿੰਦੇ ਮਹਾਰਾਜ ਕਰਤਾ ਤਾਂ ਜੀਵ ਨੂੰ ਕਹਿੰਦੇ ਨੇ, ਕਰਤਾ ਕਹੇ ਜੀਵ ਕੋ। ਕਹਿੰਦੇ ਫਿਰ ਜਿਹੜਾ ਕਰਤਾ ਇਹ ਜੀਵ ਹੈ, ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਹੰਗ ਹੰਗ ਕਰਦਾ ਫਿਰਦਾ, ਮੈਂ ਇਹ ਜਿਹੜਾ ਜੀਵ ਹੈ ਰਾਤ ਦਿਨ ਮੈਂ ਦੀ ਆਵਾਜ਼ ਤੋਂ ਬਿਨਾਂ ਦੂਜੀ ਗੱਲ ਨਹੀਂ ਕਰਦਾ, ਅਤੇ ਇਹ ਕਹਿੰਦਾ ਮੈਂ ਕਰਮ ਕਰਨ ਵਾਲਾ, ਮੈਂ ਕਮਾਉਣ ਵਾਲਾ, ਮੈਂ ਇਹ ਕਰਨ ਵਾਲਾ, ਮੈਂ ਇਹ ਕਰ ਦਿਆਂਗਾ, ਇਹ ਇੰਨੀਆਂ ਜਿਹੀਆਂ ਗੱਲਾਂ ਕਰਦਾ ਰਹਿੰਦਾ, ਇਹਨੂੰ ਕਹਿੰਦੇ ਜੀਵ। ਤੇ ਜਿਹੜਾ ਪੁਰਖ ਹੈ, ਪੁਰਖ ਕੌਣ ਮੰਨਿਆ? ਕੱਲਾ ਪੁਰਖ। ਹੁਣ ਇੱਥੇ ਕੱਲੇ ਪੁਰਖ ਦੀ ਗੱਲ ਆ ਜਾਣੀ, ਉਹ ਈਸ਼ਰ ਨੂੰ ਕੱਲਾ ਪੁਰਖ ਕਿਹਾ। ਇਹ ਵੱਖੋ ਵੱਖਰੇ ਜਿਹੜੇ ਅਰਥ ਨੇ, ਵੱਖਰਾ ਕੁਝ ਜਿਹਨਾਂ ਦੇ ਕਰਤਾ ਪੁਰਖ ਸਿੱਧਾ ਅਕਾਲ ਪੁਰਖ ਦਾ ਨਾਮ ਹੈ, ਤੇ ਪੁਰਖ ਨਾਮ ਮਹਾਰਾਜ ਕਹਿੰਦੇ ਈਸ਼ਰ ਦਾ, ਜਿਹੜਾ ਉਤਪਤੀ ਲੈਤਾ ਪਾਲਣਾ ਕਰਨ ਵਾਲਾ ਪਰਮੇਸ਼ਰ, ਦੁਨੀਆ ਨੂੰ ਬਣਾਉਣ ਵਾਲਾ ਈਸ਼ਰ ਜਿਹੜਾ ਹੈਗਾ। ਇਹ ਜਿਹੜਾ ਮੂਲ ਮੰਤਰ ਦਾ ਵਿਸ਼ਾ ਹੈ ਨਾ, ਉਹ ਹੈਗਾ ਜੀਵ ਅਤੇ ਈਸ਼ ਦੀ ਏਕਤਾ ਕਰਵਾਉਣੀ। ਇਹ ਜੀਵ ਵਿਛੜਿਆ ਹੋਇਆ ਅਤੇ ਈਸ਼ਰ ਨਾਲ ਇਹਨੂੰ ਮਿਲਾਉਣਾ, ਬ੍ਰਹਮ ਨਾਲ ਮਿਲਾਉਣਾ। ਜੀਵ ਅਤੇ ਈਸ਼ ਦੀ ਏਕਤਾ ਦਾ ਜਿਹੜਾ ਹੈ ਨਾ, ਗੁਰੂ ਗ੍ਰੰਥ ਸਾਹਿਬ ਦਾ ਮੁੱਖ ਵਿਸ਼ਾ, ਮੂਲ ਮੰਤਰ ਦਾ ਮੁੱਖ ਵਿਸ਼ਾ ਉਹ ਹੈਗਾ ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬੈਸੀਠ, ਹਰ ਨਾਮੋ ਮੰਤਰ ਦ੍ਰਿੜਾਇਂਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਇਹ ਸਾਡਾ ਵਿਸ਼ਾ ਹੈ ਜਿਹੜਾ ਜੀਵ ਤੇ ਈਸ਼ ਦੀ ਏਕਤਾ ਕਰਾਉਣੀ ਹੈ। ਹੁਣ ਤੀਸਰਾ ਕਹਿੰਦੇ ਪ੍ਰਯੋਜਨ ਅਨੁਬੰਧ ਜਿਹੜਾ ਹੁੰਦਾ। ਪ੍ਰਯੋਜਨ ਕੀ ਹੈ ਇਸ ਤੁਹਾਡੇ ਮੂਲ ਮੰਤਰ ਦਾ, ਇਹ ਵੀ ਸਾਨੂੰ ਪਤਾ ਲੱਗੇ। ਮਹਾਰਾਜ ਕਹਿੰਦੇ ਇਹਦਾ ਜਿਹੜਾ ਪ੍ਰਯੋਜਨ ਹੈ ਉਹ ਹੈਗਾ ਨਿਰਭਉ ਨਿਰਵੈਰ। ਨਿਰਭਉ ਜਿਹੜਾ ਹੈ ਨਾ, ਜਿੱਥੇ ਜੰਮਣ ਅਤੇ ਮਰਨ ਦਾ ਡਰ ਮੁੱਕ ਜਾਵੇ ਉਹਨੂੰ ਕਹਿੰਦੇ ਨਿਰਭਉ। ਇਹ ਨਿਰਭਉ ਬ੍ਰਹਮ ਹੈ। ਬ੍ਰਹਮ ਦੇ ਵਿੱਚ ਜੰਮਣ ਤੇ ਮਰਨ ਦਾ ਡਰ ਨਹੀਂ, ਪਰ ਇਹ ਵਾਹਿਗੁਰੂ ਦੀ ਕਿਰਪਾ ਨਾਲ ਜੀਵ ਨੂੰ ਵੀ ਇਹੋ ਜਿਹਾ ਬਣਾ ਲੈਂਦਾ ਬ੍ਰਹਮ। ਅਕਾਲ ਮੂਰਤ ਵਰ ਪਾਇਆ ਅਬਿਨਾਸੀ, ਨਾ ਕਦੇ ਮਰੈ ਨਾ ਜਾਇਆ। ਇਹ ਹੋ ਗਿਆ ਨਿਰਭਉ। ਅਤੇ ਜਿਹੜਾ ਨਿਰਵੈਰ ਹੈ, ਇਹ ਜਿਹੜਾ ਸਾਡਾ ਆਤਮਾ ਹੈ ਵੈਰ ਤੋਂ ਰਹਿਤ, ਜਿੱਥੇ ਇਹਦੀ ਪ੍ਰਾਪਤੀ ਹੋ ਜਾਏ। ਹੁਣ ਤਾਂ ਆਪਣੇ ਅੰਦਰ ਹੈ ਤਾਂ ਸਾਰਿਆਂ ਦੇ ਅੰਦਰ ਹੀ ਆਤਮਾ, ਪਰ ਆਪਾਂ ਨੂੰ ਨਜ਼ਰ ਨਹੀਂ ਆਉਂਦੀ, ਪ੍ਰਾਪਤੀ ਨਹੀਂ ਹੋਈ ਹਲੇ। ਜਿੱਥੇ ਇਹਦੀ ਪ੍ਰਾਪਤੀ ਹੋ ਜਾਏ ਉਹਨੂੰ ਕਹਿੰਦੇ ਨੇ ਨਿਰਵੈਰ, ਕਿਉਂਕਿ ਆਤਮਾ ਨਿਰਵੈਰ ਹੈ, ਆਤਮਾ ਦਾ ਕਿਸੇ ਨਾਲ ਵੈਰ ਨਹੀਂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦੁੱਖ ਦੀ ਨਿਵਰਤੀ ਕਰਨੀ ਅਤੇ ਪਰਮ ਆਨੰਦ ਦੀ ਪ੍ਰਾਪਤੀ ਕਰਨੀ, ਇਹ ਸਾਡਾ ਪ੍ਰਯੋਜਨ ਅਨੁਬੰਧ ਹੈ ਨਿਰਭਉ ਅਤੇ ਨਿਰਵੈਰ ਦੇ ਵਿੱਚ। ਹੁਣ ਚੌਥਾ ਆ ਗਿਆ ਤੁਹਾਡਾ ਸੰਬੰਧ ਅਨੁਬੰਧ। ਸੰਬੰਧ ਦੇਖ ਲਓ ਹੁਣ, ਇਹ ਹੈਗਾ ਸਾਡਾ ਅਕਾਲ ਮੂਰਤ ਅਜੂਨੀ ਸੈ ਭੰਗ। ਇੱਥੇ ਤੱਕ ਸੰਬੰਧ ਅਨੁਬੰਧ ਹੈ। ਇਹ ਕਿਵੇਂ ਜੀ? ਕਹਿੰਦੇ ਅਜੂਨੀ ਸੈ ਭੰਗ। ਪਹਿਲਾਂ ਇਹ ਲੈਂਦੇ ਆ ਅਜੂਨੀ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਅਜਨਮਾ ਜੋ ਬ੍ਰਹਮ ਹੈ, ਜੋ ਈਸ਼ਰ ਹੈ, ਈਸ਼ਰ ਦੇ ਸਵਾਸ ਮੰਨੇ ਨੇ ਵੇਦ। ਵੇਦ ਨਾਮ ਹੈ ਗਿਆਨ ਦਾ। ਜਿਹੜੀ ਗਿਆਨ ਨੂੰ ਸੈ ਭੰਗ ਹੁਣ ਆਉਣਾ ਹੈ। ਸੈ ਭੰਗ ਦਾ ਮਤਲਬ ਹੈ ਪ੍ਰਕਾਸ਼ਣ ਵਾਲੀ। ਜਿਹੜੀ ਗਿਆਨ ਨੂੰ ਪ੍ਰਕਾਸ਼ਣ ਵਾਲੀ ਗੁਰਬਾਣੀ ਹੈ ਨਾ, ਇਹ ਬ੍ਰਹਮ ਨੂੰ ਜਣਾਉਣ ਵਾਲੀ ਹੈ। ਜਿਹੜੀ ਗੁਰਬਾਣੀ ਹੈ ਇਹ ਪ੍ਰਤਿਪਾਦਕ ਹੈ। ਇਹ ਉਹਦੀ ਗੁਰਬਾਣੀ ਪ੍ਰਤਿਪਾਦਕ ਦਾ ਮਤਲਬ ਹੈ ਜਣਾਉਣ ਵਾਲੀ। ਇਹ ਜਿਹੜਾ ਅੱਗੇ ਅਸੀਂ ਲਿਖਿਆ ਇਸ ਤੋਂ ਪਹਿਲਾਂ ਕਿ ਉਹ ਜੋ ਬ੍ਰਹਮ ਪਰਮੇਸ਼ਰ ਹੈ ਅਕਾਲ ਮੂਰਤ। ਅਕਾਲ ਹੁੰਦਾ ਕਾਲ ਤੋਂ ਰਹਿਤ, ਮੂਰਤ ਜੋ ਹਸਤੀ ਹੈ ਬ੍ਰਹਮ ਦੀ, ਉਹ ਜਾਣਨੇ ਯੋਗ ਹੈ, ਉਹ ਪ੍ਰਤਿਪਾਦ ਹੈ। ਇਉਂ ਇਹਦਾ ਬੋਧ ਅਤੇ ਬੋਧਕ ਦਾ ਸੰਬੰਧ ਹੋ ਗਿਆ ਆਪਸ ਵਿੱਚ। ਇੱਕ ਚੀਜ਼ ਤਾਂ ਜਾਣਨੇ ਯੋਗ ਹੈ, ਉਹ ਕੀ ਹੈ? ਬ੍ਰਹਮ। ਇੱਕ ਉਹਨੂੰ ਜਣਾਉਣੇ ਯੋਗ ਹੈ,
ਉਹ ਹੈ ਬੋਧਕ ਗੁਰਬਾਣੀ। ਗੁਰਬਾਣੀ ਜਿਹੜੀ ਸਾਰੀ ਹੈ, ਮੂਲ ਮੰਤਰ ਦਾ ਜਿਹੜਾ ਪਾਠ ਹੈ, ਇਹ ਬ੍ਰਹਮ ਨੂੰ ਜਣਾਉਂਦਾ ਹੈ ਅਤੇ ਜੋ ਬ੍ਰਹਮ ਹੈ ਉਹ ਜਾਣਨੇ ਯੋਗ ਹੈ। ਇਸ ਕਰਕੇ ਅਸੀਂ ਇਹ ਜੋ ਉਚਾਰਨ ਕੀਤਾ ਹੈ ਅਜੂਨੀ ਸੈ ਭੰਗ, ਫਿਰ ਇਦੋਂ ਪਹਿਲਾਂ ਜੋ ਉਚਾਰਨ ਕੀਤਾ ਅਕਾਲ ਮੂਰਤ, ਇਹਨਾਂ ਦਾ ਆਪਸ ਵਿੱਚ ਬੋਧ ਅਤੇ ਬੋਧਕ ਸੰਬੰਧ ਹੈ। ਇਹਨਾਂ ਦਾ ਆਪਸ ਵਿੱਚ ਇਉਂ ਸੰਬੰਧ ਹੈ ਕਿ ਇੱਕ ਪ੍ਰਤਿਪਾਦਕ ਹੈ, ਇੱਕ ਪ੍ਰਤਿਪਾਦਿਆ ਹੈ। ਇੱਕ ਚੀਜ਼ ਜਾਣਨੇ ਯੋਗ ਹੈ, ਇੱਕ ਜਣਾਉਣ ਵਾਲੀ ਹੈ। ਉਸ ਨੂੰ ਗੁਰਬਾਣੀ ਬ੍ਰਹਮ ਨੂੰ ਜਣਾਉਂਦੀ ਹੈ ਤੇ ਬ੍ਰਹਮ ਜਾਣਨੇ ਯੋਗ ਹੈ। ਇਹ ਸਾਰੀ ਜਿਹੜੀ ਚੀਜ਼ ਹੈ ਇਹ ਗੁਰੂ ਦੀ ਕਿਰਪਾ ਬਿਨਾਂ ਨਹੀਂ ਹੋ ਸਕਦੀ। ਚਾਰੇ ਅਨੁਬੰਧ ਤੁਹਾਨੂੰ ਸੁਣਾਏ ਨੇ, ਇਹ ਅਧਿਕਾਰੀ ਬਣਨਾ, ਇਹ ਜੀਵ ਈਸ਼ ਦੀ ਏਕਤਾ ਕਰਨੀ, ਇਹ ਆਤਮਾ ਦੀ ਪ੍ਰਾਪਤੀ ਕਰਨੀ, ਇਹ ਵੈਰ ਤੋਂ ਰਹਿਤ ਹੋਣਾ, ਇਹ ਜੰਮਣ ਮਰਨ ਤੋਂ ਪਰੇ ਹੋਣਾ, ਇਹ ਗੁਰਬਾਣੀ ਦਾ ਗਿਆਨ ਹੋਣਾ, ਇਹ ਫਿਰ ਜਿਹੜਾ ਬ੍ਰਹਮ ਦੀ ਪ੍ਰਾਪਤੀ ਹੋਣੀ, ਇਹ ਕਿਵੇਂ ਹੁੰਦੀ ਹੈ ਜੀ? ਕਹਿੰਦੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਇਹ ਸਾਰਾ ਕੁਝ ਹੁੰਦਾ ਹੈ। ਅਧਿਕਾਰੀ ਵੀ ਬੰਦਾ ਗੁਰੂ ਦੀ ਕਿਰਪਾ ਨਾਲ ਬਣਦਾ ਹੈ, ਅਧਿਕਾਰ ਪੁਣਾ ਵੀ ਗੁਰੂ ਦੀ ਕਿਰਪਾ ਨਾਲ ਆਉਂਦਾ ਹੈ, ਬ੍ਰਹਮ ਨੂੰ ਜਾਣਨਾ ਵੀ ਗੁਰੂ ਦੀ ਕਿਰਪਾ ਨਾਲ ਹੈ। ਸਾਰਾ ਕੁਝ ਗੁਰੂ ਦੀ ਕਿਰਪਾ ਹੈ। ਕਹਿੰਦੇ ਜੇ ਤੁਸੀਂ ਕਹੋ ਮੈਂ ਆਪਣੇ ਆਪ ਹੀ ਕਰ ਲਵਾਂਗਾ ਸਾਰਾ ਕੁਝ, ਨਹੀਂ, ਇਹ ਜਿੰਨਾ ਕੁਝ ਹੋਇਆ ਸਭ ਗੁਰੂ ਦੀ ਕਿਰਪਾ ਨਾਲ ਹੈ। ਸੋ ਗੁਰੂ ਦੀ ਬਾਣੀ ਜਿਹੜੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਮੂਲ ਮੰਤਰ ਹੈ, ਇਹ ਪਿਤਾ ਰੂਪ ਹੈ ਅਤੇ ਜਿਹੜਾ ਗਿਆਨ ਹੈ, ਗਿਆਨ ਪੁੱਤਰ ਰੂਪ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਿਤਾ ਹਨ, ਇਹਨਾਂ ਦਾ ਪੁੱਤਰ ਹੈ ਗਿਆਨ, ਤੇ ਜਿਹੜਾ ਗਿਆਨ ਹੈ ਇਹ ਗੁਰੂ ਬਿਨਾਂ ਨਹੀਂ ਹੋ ਸਕਦਾ। ਗੁਰੂ ਦੀ ਕਿਰਪਾ ਤੋਂ ਬਿਨਾਂ ਜੀਵ ਨੂੰ ਗਿਆਨ ਨਹੀਂ ਹੁੰਦਾ। ਸੋ ਇਸ ਕਰਕੇ ਸਿੱਧੋ ਆਪਣਾ ਹੰਕਾਰ ਦੂਰ ਕਰੋ। ਜੋ ਅਸੀਂ ਲਿਖਿਆ ਹੈ ਇਹ ਬਿਲਕੁਲ ਸਹੀ ਲਿਖਿਆ ਹੈ। ਇਹ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਨੇ। ਕਹਿੰਦੇ ਮਹਾਰਾਜ ਸਾਡੀ ਕੁਛ ਤਸੱਲੀ ਹੋਈ ਹੈ ਪਰ ਪੂਰੀ ਨਹੀਂ। ਕਹਿੰਦੇ ਹਲੇ ਕੁਝ ਸਾਡੇ ਮਨ ਦੇ ਸ਼ੰਕੇ ਨੇ। ਮਹਾਰਾਜ ਕਹਿੰਦੇ ਜੀ ਸਦਕੇ ਜਿੰਨੇ ਮਰਜ਼ੀ ਸ਼ੰਕੇ ਪੁੱਛੋ, ਇਹ ਨਾ ਕਹੋ ਵੀ ਇਹ ਦੇਖਣ ਨੂੰ ਸਿੱਧਾ ਸਾਦਾ ਜਿਹਾ ਲੱਗਦਾ, ਕਿਉਂ ਮਹਾਰਾਜ ਦਾ ਲਿਬਾਸ ਹੀ ਹੈ ਜਿਹਾ ਸੀ ਨਾ, ਦੇਖਣ ਨੂੰ ਲੱਗਦੇ ਸੀ ਵੀ ਸਿਰ ਤੇ ਸਾਦਾ ਜਿਹਾ ਪਟਕਾ ਜਿਹਾ ਬੰਨਿਆ ਹੋਇਆ ਜਾਂ ਬਸਤਰ ਬੰਨਿਆ ਹੋਇਆ, ਕੋਈ 2-2.5 ਮੀਟਰ ਦਾ 4 ਮੀਟਰ ਦਾ ਦਸਤਾਰਾ ਛੋਟਾ ਗੋਲ ਸਜਾ ਲਿਆ, ਲੰਬਾ ਚੋਗਾ ਪਾ ਲਿਆ, ਤੇ ਮਹਾਰਾਜ ਨੂੰ ਕਹਿਣ ਬਈ ਇਹ ਮਹਾਰਾਜ ਨੂੰ ਕਿਹੜਾ, ਇਹਨਾਂ ਨੂੰ ਕੀ ਪਤਾ, ਇਹ ਤਾਂ ਛੋਟੀ ਜੀ ਉਮਰ ਦੇ ਆ, ਮਹਾਰਾਜ ਅਣਜਾਣ ਨੇ। ਇਉਂ ਸਿੱਧ ਚਰਚਾ ਵਿੱਚ ਫਸ ਤਾਂ ਗਏ ਨੇ, ਹੁਣ ਉਹਨਾਂ ਨੂੰ ਨਿਕਲਣਾ ਔਖਾ ਹੋਇਆ ਪਿਆ ਹੈ। ਮਹਾਰਾਜ ਕਹਿੰਦੇ ਜੋ ਜੀ ਚਾਹੇ ਚਰਚਾ ਕਰੋ। ਜਦੋਂ ਚਰਚਾ ਹੋਈ ਸੀ ਤਾਂ ਉੱਥੇ ਇਹ ਨਹੀਂ ਸੀ ਵੀ ਥੋੜਾ ਜਿਹਾ ਇਕੱਠ ਸੀ, 84 ਸਿੱਧ ਤਾਂ ਮੁੱਖ ਨੇ, ਤੇ ਅੱਗੇ ਉਹਨਾਂ ਦੇ ਹਜ਼ਾਰਾਂ ਚੇਲੇ ਨੇ, ਤੇ ਅੱਗੇ ਹੋਰ ਬੰਦੇ ਜਿਹੜੇ ਪਹਾੜਾਂ 'ਚ ਭਗਤੀ ਕਰਨ ਵਾਲੇ, ਪਤਾ ਨਹੀਂ ਕਿੰਨੇ ਹਜ਼ਾਰਾਂ ਬੰਦੇ ਇਸ ਗਿਆਨ ਦੀ ਚਰਚਾ ਨੂੰ ਗੁਰੂ ਨਾਨਕ ਦੇਵ ਜੀ ਵੇਲੇ ਸੁਣ ਰਹੇ ਸੀ। ਤਾਂ ਮਹਾਰਾਜ ਨੇ ਜਵਾਬ ਦੇ ਕੇ ਨਿਰੁੱਤਰ ਕੀਤੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਹਲੇ ਸਾਡੇ ਹੋਰ ਬਹੁਤ ਸਾਰੇ ਸ਼ੰਕੇ ਨੇ, ਕੱਲ ਨੂੰ ਨਿਵਰਤੀ ਕਰਾਂਗੇ ਉਹਨਾਂ ਸ਼ੰਕਿਆਂ ਦੀ, ਫੇਰ ਨਾਲ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਇਹਦਾ ਮਤਲਬ ਕਿੰਨਾ ਡੂੰਘਾ ਹੈ। ਹੁਣ ਜੇ ਆਪਾਂ ਮੂਲ ਮੰਤਰ ਦਾ ਪਾਠ ਕਰਾਂਗੇ ਤਾਂ ਆਪਾਂ ਨੂੰ ਕਾਫੀ ਨੌਲੇਜ ਹੋਵੇਗੀ ਵੀ ਇਹ ਬੜੀ ਵੱਡੀ ਚੀਜ਼ ਹੈ। ਐਵੇਂ ਨਹੀਂ ਰੋਜ਼ ਕਹੀ ਜਾਂਦੇ ਵੀ ਓੰਕਾਰ ਸਤਨਾਮ, ਐਵੇਂ ਕਹੀ ਜਾਂਦੇ ਆਪਾਂ। ਇਹਦੀ ਬਹੁਤ ਵੱਡੀ ਜਿਹੜੀ ਪ੍ਰਾਪਤੀ ਆ, ਬਹੁਤ ਵੱਡਾ ਕੁਝ ਜਾਣਨੇ ਯੋਗ ਹੈ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਇਸੇ ਪ੍ਰਕਾਰ ਆਪਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਰਹੇ। ਆਓ ਸਾਰਿਆਂ ਨਾਲੋਂ ਸ਼੍ਰੋਮਣੀ, ਕੱਲ ਸ਼ਾਮ ਦੀ ਕਥਾ 'ਚ ਭਾਈ ਗੁਰਦਾਸ ਨੇ ਪੰਡਤਾਂ ਨੂੰ ਕਾਂਸ਼ੀ ਵਿੱਚ ਚਰਚਾ ਕਰਦਿਆਂ ਜਿਹੜੀ ਗੱਲ ਕਹੀ, ਉਹ ਇੱਕ ਬੜੀ ਨਵੀਂ ਚੀਜ਼ ਕੱਲ ਸਾਹਮਣੇ ਆਈ ਸੀ। ਭਾਈ ਸਾਹਿਬ ਨੂੰ ਕਹਿਣ ਲੱਗੇ ਜਿਹੜਾ ਓਮ ਅੱਖਰ ਤੁਸੀਂ ਵਰਤਿਆ, ਅਸੀਂ ਜਿਹੜਾ ਓਮ ਕਹਿੰਦੇ ਆ, ਤੁਸੀਂ ਕਹਿੰਦੇ ਹੋ ਵਾਹਿਗੁਰੂ। ਭਾਈ ਸਾਹਿਬ ਕਹਿੰਦੇ ਜਿਹੜਾ ਵਾਹਿਗੁਰੂ ਹੈ ਨਾ, ਇਹ ਓਮ ਦਾ ਵੀ ਆਦਿ ਰੂਪ ਹੈ। ਕਹਿੰਦੇ ਵਾਹਿਗੁਰੂ ਤੋਂ ਓਮ ਨੇ ਜਨਮ ਲਿਆ ਹੈ। ਇਹ ਬੜੀ ਵੱਡੀ ਚੀਜ਼ ਹੈ, ਇੱਕ ਪ੍ਰਾਪਤ ਹੋਈ ਜੋ ਆਪਾਂ ਨੂੰ। ਸੋ ਇਸ ਕਰਕੇ 4 ਯੁੱਗਾਂ ਦਾ ਕੱਲ ਭਾਈ ਸਾਹਿਬ ਨੇ ਦੱਸਿਆ ਸੀ ਕਿ ਵਾਸੁਦੇਵ, ਹਰੀ, ਗੋਬਿੰਦ, ਰਾਮ, ਇਹ 4 ਯੁੱਗਾਂ ਦੇ ਮੂਲ ਨੂੰ ਮਿਲਾ ਕੇ ਵਾਹਿਗੁਰੂ ਮੰਤਰ ਬਣਾ ਕੇ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ। ਇਹ ਪ੍ਰਬਲ ਮੰਤਰ ਹੈ ਜਿਹੜਾ ਕਲਯੁੱਗ ਦੇ ਵਿੱਚ ਸਭ ਤੋਂ ਪ੍ਰਬਲ ਹੈ। ਬਾਕੀ ਮੰਤਰ ਸਾਰੇ ਦੇ ਅੱਗੇ ਛੋਟੇ ਨੇ, ਉਹ ਕਰਮ ਨਹੀਂ ਕਰਦੇ।
इस करके वाहिगुरू मंत्र सब तो वड्डा कर्म करता है। तां ते वाहिगुरू उत्ते यकीन करो जो विस्माद है अज्ञान दे हनेरे नूं मेट के प्रकाश कर दिंदा साडे अंदर। जपदियां जपदियां चार पदार्थ दिंदा है। जिहड़ा भी वाहिगुरू मंत्र का अभ्यास करता है जो इच्छा रख के करेगा उही इच्छा ये उहदी पूरी कर दिंदा है। वाहेगुरू 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 वाहेगुरू। बहुत सियाणियां हस्तियां ने सिद्ध हरेक ग्रंथ के ज्ञाता हुंदे ने, काफ़ी सोझी रखते ने, उन्होंने बहुत कुछ पढ़िया हुंदा। अनपढ़ बंदा खास प्रश्न नहीं करता हुंदा कोई, वो एक दो प्रश्न ज़्यादा बस हुंदे ने। पर जिहड़े बंदे पढ़े लिखे हुंदे ने इन्हां दे प्रश्न उठ कढ़दे ने बहुत ज़्यादा, क्योंकि दिमाग हुंदा, पढ़े लिखे हुंदे ने, कई पासियों सोचना। हुण सिद्ध जिहड़े ने ये भी कई पासियों सोचते हैं, फलाने ग्रंथ ने ऐ लिखिया, फलाने मत विच इस तरह है, तुहाडे मत विच किस तरह है। सो हुण कहण लगे महाराज ये जिहड़े आप जी ने मूल मंत्र उच्चारण किया है, गुरबाणी उच्चारण की है, हुण किसी भी मंत्र विच चार प्रकार का दोष हुंदा। असीं हुण ये आप जी तो ही सिद्ध करवाउणा चाहुंदे हां ये गल कि इहदे च ये जिहड़े असीं चार दोष कहांगे वो तो नहीं है। तो महाराज कहण लगे हाँ भाई सानू भी पता कि चार दोष हुंदे ने, क्योंकि ये तो आपां हुण कहने भी गुरु नानक साहब बहुत वड्डे, पर जिन्हां नूं गुरु नानक देव जी पहली बार मिले ने उन्हां लई तां हले सधारण ही ने, उन्हां नूं तां हले उन्हां दा ज्ञान नहीं। आपां नूं भी अज सुण के इस गल दा ज्ञान है। गुरु नानक देव जी महाराज सच्चे पातशाह नूं कहण लगे एक दोष हुंदा अति व्यापती। अति व्यापती दोष ये हुंदा है जिहड़ा बहुतियां च व्यापे। सो जिवें कोई गल करन लगियां कई बंदे नहीं ध्यान दिंदे इस गल दा। सो जिवें चलो अज दे युग की उदाहरण ला लो, जिवें कोई कहे मैं BSc साइंस की कर रहा, ये अपने आम लोग अखर बोल जाते हैं, पर है ये तो अखर डबल कर दिता उन्हें, मतलब तो वह उही है। इस प्रकार पुरानी उदाहरण में कहते हैं जिवें कोई कहे कि गऊ सिंगां वाली हुंदी है। हुण सिंगां वाला तो कई अगे हैगे ने जानवर ने, सिंग तो कईयां दे हुंदे ने, मतलब कि ये एक चीज नूं चीज सिद्ध नहीं कर सकी, वो तो कईयां नूं जना गई अगे तो अगे। ये दोष की निवृत्ति असीं कराउणा चाहुंदे कि तुहाडे मंत्र विच ये दोष तां नहीं भी एक गल कह के अगे कईयां नूं जना जाना। सो इहनूं अति व्यापती दोष कहंदे ने। एक हुंदा अव्यापती दोष। की है अव्यापती दोष? ये हुंदा है
ਜਿਵੇਂ ਕਹਿ ਦਈਏ ਕਪਲਾ ਗਊ ਹੈ, ਇਹ ਦੋ ਗੱਲਾਂ ਨੇ। ਕਪਲਾ ਵੀ ਉਹਦਾ ਹੀ ਨਾਮ ਹੈ, ਗਊ ਵੀ ਉਹਦਾ ਨਾਮ ਹੈ। ਇਹ ਤਾਂ ਇੱਕੋ ਹੀ ਅੱਖਰ ਦੇ ਦੋ ਭਾਵ ਹੋ ਗਏ। ਸੋ ਇਸੇ ਪ੍ਰਕਾਰ ਕਈ ਵਾਰ ਗੱਲ ਕਰਦਿਆਂ ਆਪਾਂ ਇੱਕ ਅੱਖਰ ਅੰਗਰੇਜ਼ੀ ਦਾ ਬੋਲ ਕੇ ਨਾਲ ਉਸੇ ਨੂੰ ਪੰਜਾਬੀ 'ਚ ਬੋਲ ਜਾਂਦੇ ਹਾਂ। ਇਹ ਤਾਂ ਉਹੀ ਦੋ ਭਾਵ ਹੋ ਗਏ। ਇਹਨੂੰ ਅਵਿਆਪਤੀ ਦੋਸ਼ ਕਹਿੰਦੇ ਨੇ। ਸਿੱਧਾ ਹੀ ਕਹਿ ਦੋ ਗਊ ਹੈ, ਕਪਲਾ ਗਊ ਹੈ, ਕਪਲਾ ਤੋਂ ਭਾਵ ਵੀ ਉਹੀ ਬਣ ਗਿਆ। ਇਸ ਤਰ੍ਹਾਂ ਦੇ ਦੋਸ਼ ਆਉਂਦੇ ਨੇ ਵਿੱਚ, ਅੱਗੇ ਜਾ ਕੇ ਸਿੱਧ ਕਰਾਂਗੇ। ਫਿਰ ਇੱਕ ਹੁੰਦਾ ਅਸੰਭਵ ਦੋਸ਼। ਅਸੰਭਵ ਦੋਸ਼ ਇਹ ਹੁੰਦਾ ਜਿਵੇਂ ਕਹੀਏ ਇੱਕ ਪੈਰ ਵਾਲੀ ਗਊ ਹੈ। ਗਊ ਤਾਂ ਇੱਕ ਪੈਰ ਵਾਲੀ ਹੁੰਦੀ ਨਹੀਂ, ਇਹ ਤਾਂ ਉਹ 'ਚ ਢੁਕਦੀ ਨਹੀਂ ਗੱਲ, ਉਹਦਾ ਚਾਰ ਪੈਰ ਹੁੰਦੇ ਨੇ। ਫਿਰ ਚੌਥਾ ਦੋਸ਼ ਆਉਂਦਾ ਗੌਰਵਤਾ ਦੋਸ਼। ਗੌਰਵਤਾ ਦੋਸ਼ ਉਹ ਹੁੰਦਾ ਹੈ ਜਿਵੇਂ ਬਹੁਤ ਵਧਾ ਚੜਾ ਕੇ ਗੱਲ ਕਰਨੀ, ਬਹੁਤ ਹੀ ਜ਼ਿਆਦਾ, ਉਨੀ ਗੱਲ ਉਹਦੇ 'ਚ ਹੋਣੀ ਨਾ ਤੇ ਕਰ ਦੇਣੀ ਬਹੁਤ ਜ਼ਿਆਦਾ। ਕਵਿਤਾ ਦੇ ਵਿੱਚ, ਇਹ ਪਿੰਗਲ ਦੇ ਵਿੱਚ ਇਹ ਚੀਜ਼ਾਂ ਨੂੰ ਬਹੁਤ ਧਿਆਨ ਨਾਲ ਰੱਖਿਆ ਜਾਂਦਾ ਕਿ ਬਹੁਤੀ ਜ਼ਿਆਦਾ ਹੀ ਨਾ ਕਿਤੇ ਉਪਮਾ ਹੋ ਜਾਏ, ਐਵੇਂ ਖਾਮ ਖਾਂ ਦੀ ਉਪਮਾ, ਇੰਨੀ ਚੀਜ਼ ਨੇ ਹੋਣਾ ਨਾ ਜਿੰਨਾ ਉਹਨੂੰ ਕਹਿ ਦੇਣਾ। ਇਹ ਚਾਰ ਪ੍ਰਕਾਰ ਦੇ ਮਹਾਰਾਜ ਜਿਹੜੇ ਦੋਸ਼ ਨੇ, ਇਹਨਾਂ ਦੋਸ਼ਾਂ ਦੀ ਆਪ ਜੀ ਹੀ ਕਿਰਪਾ ਕਰਕੇ ਦੱਸੋ ਵੀ ਇਹ ਆਪ ਦੇ ਮੰਤਰ ਅੰਦਰ ਇਹ ਦੋਸ਼ ਤਾਂ ਨਹੀਂ। ਹੁਣ ਇਹਦੇ ਨਾਲ ਨਾਲ ਇੱਕ ਇੱਕ ਪ੍ਰਸ਼ਨ ਕਰਨਗੇ। ਇਹਨੂੰ ਪਦਛੇਦ ਆਪਾਂ ਸ਼ੁਰੂ 'ਚ ਸੁਣਿਆ ਸੀ। ਕਿਸੇ ਵੀ ਅੱਖਰ ਦੀ ਜਿਹੜੀ ਆ ਨਾ, ਸਾਰਿਆਂ ਨਾਲੋਂ ਪਹਿਲਾਂ ਵਿਖਿਆਨ ਦੇ ਵਿੱਚ ਉਹਦਾ ਸਾਰਿਆਂ ਨਾਲੋਂ ਪਹਿਲਾਂ ਹੀ ਅੰਗ ਪਦਛੇਦ ਹੈ। ਪਦਛੇਦ ਕਰਨਾ, ਵਿਉਤਪਤੀ, ਉਹਦੀ ਉਤਪਤੀ ਕਿੱਥੋਂ ਹੋਈ, ਉਹਦੇ ਅਰਥ ਕਰਨੇ ਇਤਿਆਦਿਕ। ਹੁਣ ਇਹ ਪਦਛੇਦ ਕਰਕੇ ਇੱਕ ਇੱਕ ਅੱਖਰ ਨੂੰ ਬਾਰ-ਬਾਰ ਪੁੱਛਣਗੇ। ਮਹਾਰਾਜ ਸਾਨੂੰ ਇਹ ਤਾਂ ਸਮਝ ਲੱਗ ਗਈ ਵੀ ਇੱਕ ਦਾ ਭਾਵ ਹੈ ਅਦਵੈਤ ਸਰੂਪ, ਓੰਕਾਰ ਦਾ ਮਤਲਬ ਹੈ ਪ੍ਰਕਾਸ਼ਕ ਹੈ ਜੋ ਸਾਰਿਆਂ ਦਾ। ਇਹ ਤਾਂ ਸਾਨੂੰ ਪਤਾ ਲੱਗ ਗਿਆ। ਫਿਰ ਅੱਗੇ ਆਪ ਜੀ ਨੇ ਲਿਖਿਆ ਸਤ, ਕਿ ਇੱਕ ਓੰਕਾਰ ਸਤ ਹੈ। ਮਹਾਰਾਜ ਇੱਥੇ ਮੰਤਰ ਦੀ ਸੰਪੂਰਨਤਾ ਹੋ ਜਾਣੀ ਚਾਹੀਦੀ। ਸਾਡੇ ਮਤ ਮੁਤਾਬਕ ਇੱਕ ਓੰਕਾਰ ਤੇ ਸਾਤਿਤਾ, ਇਹ ਜਿਹੜੇ ਚਾਰ ਅੱਖਰ ਮੰਤਰ ਬਣ ਗਿਆ ਤੁਹਾਡਾ। ਤੇ ਇਦੋਂ ਅੱਗੇ ਤੁਹਾਨੂੰ ਜਿਹੜਾ ਹੈ ਇਹ ਨਾਮ ਤੁਸੀਂ ਫਿਰ ਲਿਖਿਆ ਹੈ। ਇਹ ਨਾਮ ਲਿਖਣ ਦਾ ਭਾਵ ਕੀ ਆਪ ਜੀ ਦਾ? ਕਿਉਂਕਿ ਬੰਦਾ ਜੇ ਇਕੱਲਾ ਇੱਕ ਓੰਕਾਰ ਦਾ ਹੀ ਜਾਪ ਕਰੇ, ਅਸੀਂ ਕਹਿੰਦੇ ਇਕੱਲਾ ਓੰ ਕਰਦੇ ਹਾਂ ਤਾਂ ਸਾਨੂੰ ਇੰਨਾ ਕੁਝ ਪ੍ਰਾਪਤ ਹੋ ਗਿਆ। ਤੇ ਤੁਸੀਂ ਤਾਂ ਚਲੋ ਇਹ ਬਹੁਤ ਵੱਡਾ ਮੰਤਰ ਰਚਤਾ ਇੱਕ ਓੰਕਾਰ, ਤੇ ਇਹ ਇੱਕ ਓੰਕਾਰ ਕਹਿਣ ਨਾਲ ਹੀ ਬਹੁਤ ਕੁਝ ਗੁਰਸਿੱਖਾਂ ਨੂੰ ਮਿਲ ਜਾਣਾ। ਇਹ ਸੱਤ ਕਿਉਂ ਕਿਹਾ ਤੁਸੀਂ? ਮਹਾਰਾਜ ਸੱਚੇ ਪਾਤਸ਼ਾਹ ਇਹ ਸਾਨੂੰ ਕਿਰਪਾ ਕਰਕੇ ਦੱਸੋ। ਆਪ ਜੀ ਨੇ ਇਹ ਜਿਹੜਾ ਇੱਕ ਓੰਕਾਰ ਸੱਤ ਕਿਹਾ ਹੈ, ਇੱਥੇ ਤੱਕ ਇਹ ਮੰਤਰ ਨੂੰ ਰੱਖ ਲੈਂਦੇ ਤਾਂ ਫਿਰ ਆਪ ਜੀ ਨੇ ਅੱਗੇ ਨਾਮ ਜੋੜ ਦਿੱਤਾ ਇਹਦੇ ਨਾਲ। ਸੱਤ, ਇਹ ਨਾਮ, ਇਹ ਸਾਨੂੰ ਸਮਝਾਓ ਕਿਰਪਾ ਕਰਕੇ। ਹੁਣ ਇਹ ਪ੍ਰਸ਼ਨ ਇਹਨਾਂ ਨੇ ਤਾਂ ਕੀਤੇ ਨੇ ਵੀ ਅਸੀਂ ਇਹਦੇ ਵਿੱਚ ਕੋਈ ਦੋਸ਼ ਕੱਢਾਂਗੇ। ਇਹ ਚਾਰ ਦੋਸ਼ਾਂ ਵਿੱਚੋਂ ਕੋਈ ਨਾ ਕੋਈ ਦੋਸ਼ ਅਸੀਂ ਕੱਢ ਕੇ ਮਹਾਰਾਜ ਨੂੰ ਨਿਰੁੱਤਰ ਕਰਕੇ, ਇਹਨਾਂ ਨੂੰ ਫੇਲ ਕਰਕੇ, ਇਹਨਾਂ ਨੂੰ ਆਪਣੇ ਚਰਨੀ ਲਾਵਾਂਗੇ, ਆਪਣੇ ਚੇਲੇ ਬਣਾਵਾਂਗੇ। ਇਹ ਭਾਵ ਸੀ ਉਹਨਾਂ ਦਾ। ਸੋ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਦੇਖੋ ਇਉਂ ਹੈ ਜੇ ਇੱਕ ਓੰਕਾਰ ਸੱਤ ਇਕੱਲੇ ਹੀ ਲਿਖਦੇ ਆ ਨਾ, ਕਈ ਗੱਲਾਂ ਹੁੰਦੀਆਂ ਨੇ ਜਿਵੇਂ ਆਪਾਂ ਇੱਕ ਗੱਲ ਨੂੰ ਅਧੂਰੀ ਕਹਿ ਦਈਏ ਤੇ ਉਹ ਫਿਰ ਉਸ ਗੱਲ ਕਰਕੇ ਧਿਆਨ ਕਈ ਪਾਸੇ ਚਲਿਆ ਜਾਂਦਾ। ਜਿਵੇਂ ਆਪਾਂ ਕਹੀਏ ਬੜਾ ਮਿੱਠਾ ਹੈ, ਬੜਾ ਮਿੱਠਾ। ਹੁਣ ਮਿੱਠੀਆਂ ਚੀਜ਼ਾਂ ਤਾਂ ਦੁਨੀਆ 'ਚ ਬਹੁਤ ਨੇ। ਜਿਹੜਾ ਕੋਲੇ ਬੰਦਾ ਬੈਠਾ ਉਹ ਕਹੂਗਾ ਕੀ ਮਿੱਠਾ ਹੈ, ਬੜਾ ਮਿੱਠਾ, ਇੰਨੀ ਗੱਲ ਹੀ ਕਰੀ ਜਾਂਦਾ ਤੂੰ ਤਾਂ। ਇਹਨੂੰ ਗੱਲ ਨੂੰ ਸਪਸ਼ਟ ਕਰੋ। ਅੰਬ ਬੜਾ ਮਿੱਠਾ, ਅਸੀਂ ਆਖਿਆ ਸ਼ਾਇਦ ਗੁੜ ਖਾਦਾ, ਅਸੀਂ ਆਖਿਆ ਸ਼ਾਇਦ ਕੋਈ ਹੋਰ ਮਿੱਠੀ ਚੀਜ਼ ਨੂੰ ਕਹਿੰਦਾ। ਸੋ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੋਸ਼ ਆ ਜਾਂਦਾ ਚੀਜ਼ ਦੇ ਵਿੱਚ, ਤੇ ਉਹ ਗੱਲ ਜਿਹੜੀ ਹੈ ਪੂਰੀ ਸਪਸ਼ਟ ਨਾ ਹੋਣ ਕਰਕੇ ਫਿਰ ਉਹ 'ਚ ਦੋਸ਼ ਆਉਂਦਾ ਹੈ।
क्योंकि ਜਿਹੜਾ ਸਤ ਦੇ ਨਾਲ ਨਾਮ ਲਾਇਆ ਹੈ ਨਾ ਅਸੀਂ, ਨਾਮ ਤੋਂ ਭਾਵ ਹੈ ਪ੍ਰਸਿੱਧ, ਤੇ ਪ੍ਰਸਿੱਧ ਸਿਰਫ ਪਰਮੇਸ਼ਰ ਹੀ ਹੈ, ਜਿਹੜਾ ਤਿੰਨਾਂ ਲੋਕਾਂ ਦੇ ਵਿੱਚ ਪ੍ਰਸਿੱਧ ਹੈ। ਸਤ ਜਿਹੜਾ ਅੱਖਰ ਹੈ, ਸਤ ਤਾਂ ਇੱਕ ਹੋਰ ਵੀ ਨੇ। ਉਹ ਕੌਣ ਨੇ? ਉਹ ਨਿਆਇਕ। ਜਿਹੜੇ ਨਿਆਇਕਾਂ ਨੇ ਮੰਨਿਆ ਕਿ ਸਤ ਜਿਹੜਾ ਆਕਾਸ਼ ਹੈ ਇਹ ਸਤ ਹੈ। ਆਪੋ ਆਪਣਾ ਧਰਮ ਹੈ ਹਰੇਕ ਦਾ। ਉਹ ਕਹਿੰਦੇ ਨੇ ਆਕਾਸ਼ ਕਦੇ ਨਾਸ ਨਹੀਂ ਹੁੰਦਾ, ਇਹ ਸਤ ਹੀ ਰਹਿੰਦਾ ਹੈ। ਇਹ ਉਹਨਾਂ ਦੀ ਮੱਤ ਹੈ। ਫਿਰ ਆਕਾਸ਼ ਸਤ ਹੈ, ਤਮੋ ਗੁਣ ਤੋਂ ਪੈਦਾ ਹੋਇਆ, ਜੜ ਰੂਪ ਹੈ। ਉਹ ਆਕਾਸ਼ ਨੂੰ ਹੀ ਸਤ ਮੰਨੀ ਜਾਂਦੇ ਨੇ। ਦੂਸਰੀ ਗੱਲ ਉਹ ਮੰਨਦੇ ਨੇ ਸਤ ਇਹ ਪੁਰਖ ਨੂੰ, ਆ ਜਿਹੜਾ ਬੰਦਾ, ਉਹ ਕਹਿੰਦੇ ਇਹ ਵੀ ਸਤ ਹੈ। ਕਿਉਂ? ਕਹਿੰਦੇ ਕੁਲ ਤੁਰੀ ਆਉਂਦੀ ਹੈ, ਜਾਤੀ ਤੁਰੀ ਆਉਂਦੀ। ਸਾਡੇ ਤੋਂ ਪਹਿਲਾਂ ਸਾਡਾ ਪਿਤਾ ਨੇ ਜਨਮ ਲਿਆ, ਉਹਦੇ ਤੋਂ ਪਹਿਲਾਂ ਉਹਦੇ ਪਿਤਾ ਨੇ ਲਿਆ, ਉਹਦੇ ਤੋਂ ਪਹਿਲਾਂ ਉਹਦਾ ਪਿਤਾ ਹੋਇਆ, ਫਿਰ ਉਹਦਾ ਪਿਤਾ ਹੋਇਆ,